ਬੱਚਿਓ ਅੱਜ ਦੀ ਪੰਜਾਬੀ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਬਹੁਤ ਸਾਰਾ ਸਵਾਗਤ ਹੈ। ਜਿਵੇਂ ਕਿ ਅਸੀਂ ਪਾਠ 8 ਪੜ੍ਹ ਰਹੇ ਸੀ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਜਿਸ ਦਾ ਤੁਹਾਨੂੰ ਅਰਥ ਦੱਸਿਆ ਗਿਆ ਸੀਗਾ ਕਿ ਇਹ ਛੋਟੀਆਂ ਜਾਨਾਂ, ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਨਿੱਕੀਆਂ ਜਿੰਦਾਂ ਕਿਹਾ ਗਿਆ ਹੈ। ਤੇ ਵੱਡੇ ਸਾਕੇ ਤੋਂ ਤੁਹਾਨੂੰ ਦੱਸਿਆ ਗਿਆ ਸੀ ਕਿ ਜਿੱਥੇ ਬਹੁਤ ਵੱਡੀ ਘਟਨਾ ਘਟੀ ਹੋਵੇ। ਸੋ ਨਿੱਕੀਆਂ ਜਿੰਦਾਂ ਦੇ ਨਾਲ ਬਹੁਤ ਵੱਡੀ ਘਟਨਾ ਘਟੀ। ਪਾਠ ਦੇ ਸ਼ੁਰੂਆਤ ਵਿੱਚ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਛੋਟੇ ਬੱਚੇ ਦਾਦੀ ਮਾਂ ਦੇ ਨਾਲ ਪਰਿਵਾਰ ਵਿਛੋੜਾ ਜਦੋਂ ਪੈ ਜਾਂਦਾ ਹੈ, ਜਾ ਰਹੇ ਹੁੰਦੇ ਹਨ। ਉਹਨਾਂ ਦੇ ਨਾਲ ਉਹਨਾਂ ਦਾ ਰਸੋਈਆ ਗੰਗੂ ਹੁੰਦਾ ਹੈ, ਜੋ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ। ਤੇ ਮਾਤਾ ਜੀ ਦੀਆਂ ਮੋਹਰਾਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਚੋਰੀ ਕਰਕੇ, ਤੇ ਮਾਤਾ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਹੁਣ ਮੈਨੂੰ ਚੋਰ ਕਹਿੰਦੇ ਹੋ, ਜੋ ਕਿ ਆਪਾਂ ਹੁਣ ਤੱਕ ਸਾਰਾ ਪੜਿਆ। ਤੇ ਮਾਤਾ ਜੀ ਕਹਿੰਦੇ ਨੇ, ਗੰਗੂ ਮੈਂ ਤੈਨੂੰ ਚੋਰ ਨਹੀਂ ਕਹਿੰਦੀ, ਪਰ ਚੋਰੀ ਤੂੰ ਹੀ ਕੀਤੀ ਹੈ, ਤੇ ਹੁਣ ਚੋਰ ਦਾ ਰੌਲਾ ਨਾ ਪਾ। ਤੇ ਗੰਗੂ ਜਿਹੜਾ ਹੁੰਦਾ ਹੈ ਉਹ ਸਰਹੰਦ ਦੇ ਨਵਾਬ ਨੂੰ ਜਾ ਕੇ ਦੱਸ ਦਿੰਦਾ ਹੈ ਕਿ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੇ ਕੋਲ ਰੁਕੇ ਹੋਏ ਹਨ। ਤੇ ਬਾਅਦ ਵਿੱਚ ਨਵਾਬ ਜਿਹੜਾ ਹੈ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਲੈਂਦਾ ਹੈ। ਸੋ ਆਓ ਅੱਗੇ। ਔਰ ਫਿਰ ਮਾਤਾ ਜੀ ਕਹਿੰਦੇ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਘਬਰਾਉਣਾ ਨਹੀਂ ਹੈਗਾ। ਤੁਹਾਡੇ ਦਾਦਾ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ, ਉਹਨਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ ਹਿੰਦੂ ਧਰਮ ਨੂੰ ਬਚਾਉਣ ਲਈ। ਫਿਰ ਉਹਨਾਂ ਦੇ ਅੱਗੋਂ ਜਿਹੜੇ ਦਾਦਾ ਜੀ ਸਨ, 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ, ਉਹਨਾਂ ਨੇ ਵੀ ਤੱਤੀ ਤਵੀ ਤੇ ਬਹਿ ਕੇ ਆਪਣੀ ਸਿਰ 'ਚ ਜਦੋਂ ਉਹਨਾਂ ਦੇ ਰੇਤ ਪਾਈ ਗਈ, ਉਹਨਾਂ ਨੇ ਵੀ ਸ਼ਹੀਦੀਆਂ ਦਿੱਤੀਆਂ। ਸੋ ਸਾਡਾ ਜਿਹੜਾ ਪਰਿਵਾਰ ਹੈ ਉਹ ਸਦੀਆਂ ਤੋਂ ਜਿਹੜਾ ਹੈ ਸ਼ਹੀਦੀਆਂ ਦਿੰਦਾ ਆ ਰਿਹਾ ਹੈ। ਤੇ ਬੱਚਿਓ ਹੁਣ ਤੁਹਾਡੀ ਵਾਰੀ ਆ ਗਈ ਹੈ ਤੇ ਤੁਸੀਂ ਘਬਰਾਉਣਾ ਨਹੀਂ। ਇਹਨਾਂ ਨੇ ਤੁਹਾਨੂੰ ਬਹੁਤ ਸਾਰਾ ਲਾਲਚ ਦੇਣਾ ਹੈ, ਤੁਹਾਨੂੰ ਡਰਾਉਣਾ ਹੈ, ਪਰ ਤੁਸੀਂ ਘਬਰਾਉਣਾ ਨਹੀਂ। ਤੁਸੀਂ ਆਪਣੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਸ਼ਹੀਦੀਆਂ ਨੂੰ ਯਾਦ ਰੱਖਣਾ ਹੈ। ਤੁਸੀਂ ਸ਼ੇਰ ਦੇ ਸ਼ੇਰ ਬੱਚੇ ਹੋ। ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੇਰ ਕਿਹਾ ਗਿਆ ਹੈ। ਸੋ ਆਓ ਪੜ੍ਹ ਕੇ ਦੇਖੀਏ ਅੱਗੇ ਪਾਠ ਵਿੱਚ ਕੀ ਦੱਸਿਆ ਗਿਆ ਹੈ। ਔਰ ਮਾਤਾ ਜੀ ਦੀ ਇਸ ਗੱਲ ਦਾ ਬੱਚੇ ਉੱਤਰ ਦਿੰਦੇ ਹਨ ਕਿ ਦਾਦੀ ਮਾਂ ਤੁਸੀਂ ਘਬਰਾਉਣਾ ਨਹੀਂ, ਅਸੀਂ ਬਿਲਕੁਲ ਵੀ, ਤੁਸੀਂ ਚਿੰਤਾ ਨਾ ਕਰੋ, ਅਸੀਂ ਬਿਲਕੁਲ ਵੀ ਆਪਣਾ ਮਨ ਨਹੀਂ ਡੋਲਾਂਗੇ। ਸੋ ਅਸੀਂ ਹਿੰਮਤ ਰੱਖਾਂਗੇ। ਸੋ ਆਓ ਪੜ੍ਹ ਕੇ ਦੇਖਦੇ ਹਾਂ ਬੇਟਾ ਕਿ ਪਾਠ 8 ਦੇ ਦੂਜੇ ਭਾਗ ਵਿੱਚ ਕੀ ਦੱਸਿਆ ਗਿਆ ਹੈ। ਹਾਂਜੀ, ਜਿਵੇਂ ਕਿ ਜ਼ੋਰਾਵਰ ਸਿੰਘ ਕਹਿੰਦਾ ਹੈ ਕਿ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ, ਮੈਂ ਤਾਂ ਕਹਿਣਾ ਹਾਂ ਕਿ ਕਦੋਂ ਸਾਨੂੰ ਬੁਲਾਉਣ ਅਤੇ ਕਦੋਂ ਅਸੀਂ ਜਾ ਕੇ ਦਸੀਏ ਕਿ ਸਿੰਘਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਹਨ। ਗੱਲਾਂ ਕਰਦਿਆਂ ਜਿਹੜਾ ਸਮਾਂ ਹੁੰਦਾ ਹੈ ਉਹ ਬੀਤ ਜਾਂਦਾ ਹੈ। ਸਵੇਰ ਹੋਣ ਤੇ ਸੂਬਾ ਦਰਬਾਰ ਲਗਾਉਂਦਾ ਹੈ। ਬਹੁਤ ਹੀ ਭੀੜ ਹੈ। ਦੋਵੇਂ ਲਾਲ ਦਰਬਾਰ ਵਿੱਚ ਸਿਪਾਹੀਆਂ ਨਾਲ ਆਉਂਦੇ ਹਨ। ਸੋ ਲੋਕਾਂ ਨੂੰ ਸਾਰੀ ਜਗ੍ਹਾ ਇਹ ਗੱਲ ਜਿਹੜੀ ਖਬਰ ਫੈਲ ਜਾਂਦੀ ਹੈ ਕਿ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਕੈਦ ਕੀਤਾ ਗਿਆ ਹੈ। ਸੋ ਬਹੁਤ ਭੀੜ ਹੁੰਦੀ ਹੈ, ਲੋਕੀ ਜਿਹੜੇ ਨੇ ਉੱਥੇ ਦੇਖਣ ਆਉਂਦੇ ਹਨ। ਸੋ ਦਰਬਾਰ ਲੱਗਦਾ ਹੈ। ਦੋਨੋਂ ਬੱਚੇ ਮਤਲਬ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਾਬ, ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ। ਉਹ ਬਹੁਤ ਔਖਾ ਹੁੰਦਾ ਹੈ। ਉਹਨਾਂ ਨੂੰ ਕਹਿੰਦਾ ਹੈ ਤੁਹਾਡੇ ਪਿਓ ਦਾ ਦਰਬਾਰ ਨਹੀਂ, ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਨਹੀਂ। ਜੇ ਜਾਨ ਬਚਾਉਣੀ ਹੈ ਤਾਂ ਤੇ ਸਮਾਲੇ ਲੇਕਮ ਕਹੋ। ਜਿਵੇਂ ਬੱਚਿਆਂ ਨੂੰ ਉਹ ਕਹਿੰਦਾ ਕਿ ਜੇ ਤੁਸੀਂ ਆਪਣੀ ਜਾਨ ਬਚਾਉਣੀ ਹੈ, ਤੁਹਾਡੇ ਪਿਓ ਦਾ ਦਰਬਾਰ ਨਹੀਂ, ਤੁਹਾਨੂੰ ਸਮਾਲੇਕਮ ਕਹਿਣਾ ਪਏਗਾ। ਦੋਨੋਂ ਬੱਚੇ ਕਹਿੰਦੇ ਨੇ ਜੇ ਦਰਬਾਰ ਉਹਨਾਂ ਦਾ ਨਹੀਂ, ਅਸੀਂ ਤਾਂ ਉਹਨਾਂ ਦੇ ਹਾਂ, ਮਤਲਬ ਅਸੀਂ ਉਹਨਾਂ ਦੇ ਹੀ ਬੱਚੇ ਹਾਂ। ਜੇ ਇਹ ਦਰਬਾਰ ਸਾਡੇ ਪਿਤਾ ਦਾ ਨਹੀਂ, ਪਰ ਅਸੀਂ ਬੱਚੇ ਉਹਨਾਂ ਦੇ ਹਾਂ। ਸਾਡੇ ਮੂੰਹੋਂ ਤਾਂ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੀ ਨਿਕਲੇਗਾ। ਸੋ ਬੱਚੇ ਆਪਣੀ ਗੱਲ ਤੇ ਪੱਕੇ ਹਨ। ਉਹ ਕਹਿੰਦੇ ਹਨ ਅਸੀਂ ਆਪਣੇ ਮੂੰਹੋਂ
ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਹੀ ਕਹਾਂਗੇ। ਨਵਾਬ, ਤੁਸੀਂ ਮਾਸੂਮ ਹੋ। ਮਾਸੂਮ ਹੋ मतलब हाली तुसी ਨਿਆਣੇ ਹੋ, ਛੋਟੇ ਹੋ। ठीक है। ਮੈਨੂੰ ਤੁਹਾਡੇ ਵੱਲ ਵੇਖ ਕੇ ਤਰਸ ਆਉਂਦਾ ਹੈ, ਕਿਉਂ ਆਪਣੀ ਜਾਨ ਗਵਾਉਂਦੇ ਹੋ। ਸੋ ਮੈਨੂੰ ਤੁਹਾਡੇ ਵੱਲ ਵੇਖ ਕੇ ਤਰਸ ਆਉਂਦਾ ਹੈ, ਤੁਸੀਂ ਆਪਣੀ ਜਾਨ ਨੂੰ ਕਿਉਂ ਗਵਾਉਂਦੇ ਹੋ। ਜੇ ਤੁਸੀਂ ਬਚਣਾ ਚਾਹੁੰਦੇ ਹੋ ਤੇ ਮੇਰੀ ਗੱਲ ਨੂੰ ਮੰਨ ਜਾਓ। ਦੋਨੋਂ ਬੱਚੇ ਫਿਰ ਕਹਿੰਦੇ ਹਨ, ਅਸੀਂ ਧਰਮ ਪਿੱਛੇ ਜਾਨ ਗਵਾਉਂਦੇ ਰਹੇ ਹਾਂ ਅਤੇ ਹੁਣ ਵੀ ਆਪਣੀ ਜਾਨ ਗਵਾਵਾਂਗੇ। ਸੋ ਬੱਚੇ ਦੋਨੋਂ ਕਹਿੰਦੇ ਹਨ ਕਿ ਧਰਮ ਪਿੱਛੇ ਤੇ ਅਸੀਂ ਜਾਨ ਗਵਾਉਂਦੇ ਆਏ ਹਾਂ। ਕਿਵੇਂ ਗਵਾਉਂਦੇ ਆਏ ਹਾਂ? ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਉਹਨਾਂ ਦੇ ਦਾਦਾ ਜੀ ਤੇ ਉਹਨਾਂ ਦੇ ਅੱਗੋਂ ਜਿਹੜੇ ਦਾਦਾ ਜੀ ਸਨ, ਮਤਲਬ ਗੁਰੂ ਤੇਗ ਬਹਾਦਰ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀਆਂ ਦਿੱਤੀਆਂ ਹਨ। ਸੋ ਬੱਚੇ ਕਹਿੰਦੇ ਨੇ ਧਰਮ ਪਿੱਛੇ ਅਸੀਂ ਜਾਨਾਂ ਗਵਾਉਂਦੇ ਆਏ ਹਾਂ ਤੇ ਹੁਣ ਵੀ ਅਸੀਂ ਗਵਾਵਾਂਗੇ। ਨਵਾਬ ਦੋਵੇਂ ਹੱਥ ਜੋੜ ਕੇ, ਹਜੂਰ ਇਹ ਤਾਂ ਬੱਚੇ ਹਨ ਆਪਣੇ ਬੱਚਿਆਂ ਵਾਂਗੂ। ਸੋ ਨਵਾਬ ਜਿਹੜਾ ਹੈ ਦੋਨੋਂ ਹੱਥ ਜੋੜ ਕੇ ਕਹਿੰਦਾ ਕਿ ਹਜੂਰ ਇਹ ਤਾਂ ਬੱਚੇ ਹਨ, ਦੋਨੋਂ ਸਾਡੇ ਜਿਵੇਂ ਬੱਚੇ ਹਨ ਉਵੇਂ ਦੇ ਹੀ ਇਹ ਬੱਚੇ ਹਨ, ਕਿਉਂਕਿ ਉਹ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਇਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਬਚ ਜਾਣ। ਇਹ ਤਾਂ ਬੱਚੇ ਹਨ। ਮਲੇਰ ਕੋਟਲਾ ਨਵਾਬ, ਜਿਹੜਾ ਮਲੇਰ ਕੋਟਲੇ ਦਾ ਨਵਾਬ ਹੈ, ਇਹਨਾਂ ਨੂੰ ਕੁਝ ਨਾ ਆਖੋ, ਇਹਨਾਂ ਦਾ ਕੀ ਦੋਸ਼ ਹੈ ਸਰਕਾਰ, ਵੀ ਇਹਨਾਂ ਦੀ ਕੀ ਗਲਤੀ ਹੈ। ਓਕੇ ਸੌਰੀ, ਨਵਾਬ ਮਲੇਰ ਕੋਟਲਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਦੋਵੇਂ ਹੱਥ ਜੋੜ ਕੇ ਕਹਿੰਦਾ ਕਿ ਹਜੂਰ ਇਹ ਤਾਂ ਬੱਚੇ ਹਨ ਆਪਣੇ ਬੱਚਿਆਂ ਵਾਂਗੂ। ਸੋ ਨਵਾਬ ਮਲੇਰ ਕੋਟਲਾ ਜਿਹੜਾ ਹੈ ਸਰਹੰਦ ਦੇ ਨਵਾਬ ਅੱਗੇ ਹੱਥ ਜੋੜਦਾ ਹੈ ਕਿ ਇਹ ਤਾਂ ਬੱਚੇ ਹਨ ਜਿਵੇਂ ਦੇ ਆਪਣੇ, ਇਹਨਾਂ ਦੀ ਕੀ ਗਲਤੀ ਹੈ, ਇਹਨਾਂ ਨੂੰ ਕੁਝ ਨਾ ਕਹੋ, ਇਹਨਾਂ ਦਾ ਕੋਈ ਦੋਸ਼ ਨਹੀਂ ਸਰਕਾਰ। ਪਰ ਨਵਾਬ ਕਹਿੰਦਾ ਹੈ ਸਰਹੰਦ ਦਾ, ਸੋਚਦਾ ਤਾਂ ਮੈਂ ਵੀ ਇਹੋ ਹਾਂ, ਕਿੰਨੇ ਸੋਹਣੇ ਚੰਨ ਵਰਗੇ ਮੁਖੜੇ, ਸਜ਼ਾ ਵੀ ਦਿਆਂ ਤਾਂ ਕੀ ਦਿਆਂ। ਮਤਲਬ ਉਹ ਕਹਿੰਦਾ ਇੰਨੇ ਸੋਹਣੇ ਬੱਚੇ ਹਨ, ਇਹਨਾਂ ਨੂੰ ਕੀ ਸਜ਼ਾ ਦਿਆਂ, ਇਹ ਤਾਂ ਮਾਸੂਮ ਨੇ, ਭੋਲੇ ਹਨ। ਨਵਾਬ ਮਲੇਰ ਕੋਟਲਾ, ਮੇਰੀ ਮੰਨੋ ਇਹਨਾਂ ਨੂੰ ਤਾਂ ਮਾਫ ਕਰ ਦਿਓ। ਉਹ ਕਹਿੰਦਾ ਕਿ ਇਹਨਾਂ ਨੂੰ ਮਾਫ ਕਰ ਦਿਓ। ਪਰ ਨਵਾਬ ਜਿਹੜਾ ਸਰਹੰਦ ਹੁੰਦਾ ਹੈ ਉਹ ਕੁਝ ਸੋਚ ਕੇ, ਬੇਗਮ ਨੇ ਵੀ ਮਾਫ ਕਰਨ ਲਈ ਕਿਹਾ ਸੀ, ਵੀ ਮੇਰੀ ਬੇਗਮ ਵੀ ਜਿਹੜੀ ਹੈ, ਮੇਰੀ ਘਰੋਂ ਜਿਹੜੀ ਮੇਰੀ ਬੇਗਮ ਹੈ ਉਹ ਵੀ ਇਹੀ ਕਹਿੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਮਾਫ ਕਰ ਦਿਓ। ਸੁੱਚਾਨੰਦ, ਵੇਖ ਲਵੋ ਸਰਕਾਰ, ਸਜ਼ਾ ਨਾ ਦਿੱਤੀ ਤਾਂ ਤੁਹਾਨੂੰ ਪਛਤਾਉਣਾ ਪਵੇਗਾ, ਕਦੇ ਵੇਲਾ ਹੱਥ ਨਹੀਂ ਆਉਣਾ। ਸੋ ਉੱਥੇ ਇੱਕ ਸੁੱਚਾਨੰਦ ਸੀਗਾ ਜਿਸ ਨੇ ਨਵਾਬ ਨੂੰ ਚੁੱਕਿਆ ਪੱਟਿਆ ਤੇ ਕਹਿੰਦਾ ਹੈ ਕਿ ਵੇਖ ਲਵੋ ਸਰਕਾਰ, ਅੱਜ ਤੇ ਤੁਹਾਡੇ ਹੱਥ ਲੱਗੇ ਹਨ ਤੇ ਜੇ ਅੱਜ ਤੁਸੀਂ ਇਹਨਾਂ ਨੂੰ ਸਜ਼ਾ ਨਾ ਦਿੱਤੀ ਤੇ ਇਹ ਵੇਲਾ, ਇਹ ਸਮਾਂ ਜਿਹੜਾ ਹੈ ਦੁਬਾਰਾ ਤੁਹਾਡੇ ਹੱਥ ਨਹੀਂ ਆਉਣਾ। ਨਵਾਬ ਸਰਹੰਦ ਦਾ ਨਵਾਬ ਜਿਹੜਾ ਹੈ ਉਹ ਕਿਵੇਂ, ਸੁੱਚਾਨੰਦ ਨੂੰ ਪੁੱਛਦਾ ਹੈ। ਸੁੱਚਾਨੰਦ, ਇਹ ਵੱਡੇ ਹੋ ਕੇ ਤਾਂ ਸ਼੍ਰੀ ਗੋਬਿੰਦ ਸਿੰਘ ਦੇ ਪੂਰਨਿਆਂ ਤੇ ਹੀ ਚੱਲਣਗੇ। ਸੋ ਉਹ ਕਹਿੰਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਬੱਚੇ ਹਨ, ਜੇ ਅੱਜ ਇਹਨਾਂ ਦੇ ਵਿੱਚ ਇੰਨੀ ਹਿੰਮਤ ਹੈ ਤੇ ਵੱਡੇ ਹੋ ਕੇ ਤੇ ਉਹਨਾਂ ਦੇ ਪੂਰਨਿਆਂ ਤੇ ਚੱਲੇਗਾ, ਜੋ ਉਹਨਾਂ ਦੇ ਪਿਤਾ ਇਹਨਾਂ ਨੂੰ ਸਿਖਾਉਣਗੇ ਇਹ ਉਹੀ ਕਰਨਗੇ, ਉਹੀ ਗੱਲਾਂ ਸਿੱਖਣਗੇ। ਸੋ ਨਵਾਬ ਸਰਹੰਦ ਕਹਿੰਦਾ ਹੈ ਠੀਕ ਹੈ। ਸੁੱਚਾਨੰਦ ਕਹਿੰਦਾ ਕਿਸੇ ਨੇ ਐਵੇਂ ਨਹੀਂ ਕਿਹਾ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਸੋ ਇੱਥੇ ਹੁਣ ਇੱਕ ਜਿਹੜਾ ਅਖਾਣ ਹੈ, ਮੁਹਾਵਰਾ ਵਰਤਦਾ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਨਾ ਤਿੱਖੇ। ਇਹਦਾ ਅਰਥ ਹੁੰਦਾ ਹੈ, ਸੂਲਾਂ ਹੁੰਦੀਆਂ ਨੇ ਕੰਡੇ। ਸੋ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਜੰਮਦਾ ਬੱਚਾ ਹੁੰਦਾ ਹੈ ਤੇ ਉਹਦੀਆਂ ਹਰਕਤਾਂ, ਉਹਦੀਆਂ ਆਦਤਾਂ ਵੇਖ ਕੇ ਅਸੀਂ ਕਹਿ ਦਿੰਦੇ ਹਾਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਮੇਰਾ ਹੁਣ ਤੋਂ ਪਤਾ ਲੱਗ ਰਿਹਾ ਕਿ ਬੱਚਾ ਵੱਡਾ ਹੋ ਕੇ ਕਿਵੇਂ ਦਾ ਬਣੇਗਾ। ਸੋ ਇੱਥੇ ਜਿਵੇਂ ਨਵਾਂ ਪੌਦਾ ਹੁੰਦਾ ਜਿਹਦੇ ਕੰਡੇ ਹੁੰਦੇ ਹਨ, ਜਦੋਂ ਉਹ ਛੋਟੇ ਛੋਟੇ ਉਹਦੇ ਕੰਡੇ ਹੋਣ ਉਹ ਵੀ ਤਿੱਖੇ ਹੁੰਦੇ ਹਨ। ਸੋ ਪਤਾ ਲੱਗ ਜਾਂਦਾ ਕਿ ਇਹ ਕੰਡਾ ਜਿਹੜਾ ਹੈ ਇਹ ਵੱਡਾ ਹੋ ਕੇ ਤਿੱਖਾ ਹੀ ਬਣਨਾ ਹੈ। ਇਹ ਕੈਕਟਸ ਦਾ ਹੀ ਪਲਾਂਟ ਹੈ। ਇਹ ਜਿਵੇਂ ਰੋਜ਼ ਦੇ ਪਲਾਂਟ ਦੇ ਵੀ ਕੰਡੇ ਹੁੰਦੇ ਹਨ, ਕਾਂਟੇ ਜਿਹਨੂੰ ਤੁਸੀਂ ਕਹਿੰਦੇ ਹੋ। ਸੋ ਉਹ ਜਦੋਂ ਛੋਟੇ ਛੋਟੇ ਵੀ ਹੁੰਦੇ ਹਨ ਤੇ ਉਹ ਤਿੱਖੇ ਹੁੰਦੇ ਹਨ। ਸੋ ਕਹਿੰਦੇ ਕਿ ਜੰਮਦੇ ਆ, ਜਦੋਂ ਜਨਮ ਹੀ ਲੈਂਦੇ ਹਾਂ ਬੱਚਾ, ਤੇ ਉਸ ਦਾ ਭਾਵ ਵੇਖ ਕੇ ਪਤਾ ਲੱਗ ਜਾਂਦਾ ਕਿ ਇਹ ਬੱਚਾ ਵੱਡਾ ਹੋ ਕੇ ਤੇਜ਼ ਤਰਾਰ ਹੈ, ਕਿ ਭੋਲਾ ਭਾਲਾ ਹੈ। ਸਾਨੂੰ ਉਹਦੇ ਜੰਮਣ ਤੋਂ ਹੀ ਪਤਾ ਲੱਗ ਜਾਂਦਾ ਹੈ, ਉਹਦੇ ਪੈਦਾ ਹੋਣ ਤੋਂ ਪਤਾ ਚੱਲ ਜਾਂਦਾ ਹੈ। ਸੋ ਸੁੱਚਾਨੰਦ ਇੱਥੇ ਅਖਾਣ ਵਰਤਦਾ ਹੈ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਉਹ ਕਹਿੰਦਾ ਨਵਾਬ ਇਹ ਹੁਣ ਤੋਂ ਛੋਟੇ ਹਨ, ਇਹਨਾਂ ਦੇ ਹੁਣ ਤੋਂ ਹੀ ਗੱਲਬਾਤ ਤੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚੇ ਕੀ ਬਣਨਗੇ। ਸੋ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਨ, ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ, ਇਹ ਕੁਛ ਵੱਡੇ ਹੋ ਕੇ ਆਪਣੇ ਪਿਤਾ ਵਰਗੇ ਹੀ ਸ਼ੇਰ
बनगे। नवाब गुस्से विच, मैं नहीं छड्डांगा। सो सुच्चा नंद दीयां गल्लां जेहड़ियां हन ਉਹ नवाब सुन के कहता है गुस्से, मैं नहीं इन्हां नूं छड्डांगा। जे तुसी जान बचाउणी है ते महलां विच रह के राज करना है तां तुसी दोवें ही धर्म बदल लो। सो हुण इत्थे नवाब उन्हां नूं कहंदा है कि मैं तुहानूं छड्डांगा नहीं। जे तुसी महलां दे विच रहना चाहुंदे हो तां तुसी अपनी जान बचाउणी है तां तुहानूं अपना धर्म जिहड़ा है ਉਹ बदलना पएगा, नहीं तो ਤੁਹਾਨੂੰ ਹੁਣੇ ही मौत की सज़ा दे ਦਿੱਤੀ जाएगी। नहीं तो ਤੁਹਾਨੂੰ ਹੁਣੇ ही मौत की सज़ा ਦਿੱਤੀ जाएगी। जोरावर, एक दिन तो मरना ही है। ਹੁਣ जोरावर सिंह कहता कि एक दिन तो मरना ही है, क्यों ना अपने धर्म विच रह के मरीए। तो इस तो चंगा यह है कि असीं अपने धर्म विच रह के ही मरीए। नवाब, चंगी तरह सोच लवो ते सोच के उत्तर देना। सो नवाब इत्थे कहता है कि चंगी तरह इस गल नूं सोच लवो। जोरावर, साडा पहला फैसला ही अंतिम फैसला है। सो वो बच्चे अपनी गल ते पूरी तरह पक्के हन, वो किसी तो डरदे नहीं हन, उन्हां नूं कोई नवाब दा डर नहीं है, वो अपने धर्म ते पक्के हन और वो कहंदे हन कि साडा पहला फैसला ही अंतिम फैसला, सानूं सोचण दी लोड़ नहीं है, असीं चंगी तरह सोच लिया है। नवाब उच्ची आवाज विच बोलदा है, इन्हां दोनां नूं कंध विच चिण दिओ, फिर वेखदे हां इन्हां दा धर्म की कहंदा है। सो नवाब सजा सुनाउंदा है ते कहंदा है कि इन्हां नूं कंध विच चिण दिओ। जिवें कि सानूं पता है कि साहिबजादियां नूं कंध विच चिणा दित्ता गया। चिण दिओ मतलब कंध दे विच दबा दिओ, ठीक है। सो कंध चिणी जाती है, कंध बनाई जाती है, मिस्त्री बुलाया जाता है। सो इट्टां आउंदियां हन और कंध बनानी शुरू करते हैं। बच्चे खड़े कर दिते ने और बच्चियां नूं कंध बना के कंध दे विच बंद कर दिता जाता है। जोरावर ते फतेह सिंह कंध विच खड़े हैं। कंध दे अगे बहुत भीड़ है, बहुत लोग इकट्ठे हो गए हैं। लोगों ने हैरानी की हालत विच मूँह विच उंगलां पाईयां। लोग बड़े हैरान हैं, डरदे नवाब तो बोल भी नहीं रहे हैं, डरे हुए हैं। पर इन्ने मासूम बच्चियां नूं इन्नी वड्डी सज़ा मिलनी ते लोकी घबराए हुए हैं ते कोई गल नहीं करता। मूँह च उंगलां पाउणियां मतलब डरे और घबराए हुए हैं। कोई दुखी है हो रहा है, कोई रो रहा है, कोई रो रहा है, पर चारे पासे चुप छाई हुई है। सारे पासे दुनिया चुप है, पर बहुत लोग जिहड़े ने वो रो रहे हैं, परेशान हैं। फतेह सिंह, वीर जयकारा छड्डिए। हुण छोटा जिहड़ा है फतेह सिंह कहता है कि वीर आपां जयकारा छड्डिए। जयकारा हुंदा है। जोरावर सिंह कहता हाँ हाँ जरूर, जो बोले सोने हाथ सत श्री अकाल। सो कंध जिहड़ी है गोडियां तक आ गई। मिस्त्री इट घड़न लगता है, क्योंकि हुण गोडे तुसीं समझदे हो नीज जिहड़े ने उत्थों तक कंध जिहड़ी है बच्चियां दे आ जाती है। तो वो इट जिहड़ी है घड़न लगता है। इट नूं क्योंकि हुण गोडे हन अगे ते गोडियां वास्ते इट जिहड़ी है होर थोड़ी जी घड़ के लाउणी हुंदी है। नवाब कहता है इट नहीं भन्नणी, ठीक है, क्योंकि उत्थे गोडे ने, गोडियां करके इट नूं थोड़े तरीके नाल लाउणा पैना सी, गोडे साडे अगे हुंदे हन। सो नवाब कहता है इट नहीं भन्नणी मतलब इट नहीं तोड़नी, सगों गोडियां दी कतलियां उतार दिओ। तो जिहड़े उन्हां दे बच्चियां दे गोडे ने उही अगों ला दिओ। अजे भी वेला है, तुहाडी जान बच सकती है। सो नवाब कहता है अजे भी मौका हैगा, तुहाडी जानां बच सकदियां हन जे तुसीं धर्म बदल लो। जोरावर, साडे ते तरस ना करो, अपना काम करते जाओ। सो बच्चे हौसले वाले हन, वो कहते हैं तुसीं अपना काम करो, साडे ते तरस ना करो। कंध मोडियां तक आ जाती है। मोडे हुंदे हैं शोल्जर्स, उत्थों तक कंध आ जाती है। नवाब, अजे भी वेला है, सोच लो। सो नवाब उन्होंने बार बार यही कहता है कि तुहाडे कोल हाली भी समा हैगा, सोच लो। जोरावर, दुष्ट, साडी अखां तो परे हट, साडा अंतिम समा है, असी तेरे वर्गे पापी दे मत्थे नहीं लगना चाहुंदे। सो जोरावर कहता है नीच भैड़ा, दुष्ट हुंदा है नीच भैड़ा, तू दुष्ट, साडियां अखां तो परे हट, साडा अंतिम समा है, असी तेरे वर्गे पापी नूं अपने सामने नहीं वेखना चाहुंदे। नवाब गुस्से विच
कंध छेती करो, इन्हां दा छेती फाहा वड्डो। फाहा वड्डना मतलब इन्हां नूं छेती खत्म करो। उहनूं गुस्सा चढ़दा है कि बच्चे इहो जिहियां हौसले वालियां गल्लां ਜਿਹੜੀਆਂ ने नवाब नूं कहंदे हन। कंध फतेह सिंह दे गल तक आ जाती है। सो छोटा साहिबजादा जिहड़ा है सब तो उहदा नाम फतेह सिंह है। सो छोटा है कद विच भी हजे क्योंकि उम्र च छोटा है। सो जिहड़ी कंध है फतेह सिंह दे गल तक नैक तक जिहड़ी है वो आ जाती है। जोरावर दा गला भर जाता है, मतलब जोरावर जिहड़ा है ओहदा गला भर जाना मतलब ओहदा मन भर जाता है और रोण ਉਹਦਾ ਅੱਖਾਂ 'ਚ ਪਾਣੀ ਭਰ ਜਾਂਦਾ ਹੈ ਕਿ ਮੇਰਾ ਛੋਟਾ ਭਰਾ ਜਿਹੜਾ ਹੈ ਉਹਦੇ ਗਲੇ ਤੱਕ ਕੰਧ ਆ ਗਈ ਹੈ। ਫਤਿਹ ਸਿੰਘ ਉਹਨੂੰ ਕਹਿੰਦਾ ਹੈ, ਵੀਰ ਤੁਸੀਂ ਘਬਰਾ ਗਏ, ਮੇਰੇ ਤੋਂ ਵੱਡੇ ਹੋ ਕਿਉਂ? ਵੀਰ ਮੈਂ ਤੇ ਛੋਟਾ ਹਾਂ ਤੇ ਤੁਸੀਂ ਮੇਰੇ ਤੋਂ ਵੱਡੇ ਹੋ, ਫਿਰ ਵੀ ਤੁਸੀਂ ਘਬਰਾ ਗਏ ਹੋ, ਵੀ ਤੁਸੀਂ ਰੋ ਪਏ ਹੋ। ਜ਼ੋਰਾਵਰ, ਹਾਂ ਫਤਿਹ ਸਿੰਘ ਮੈਂ ਵੱਡਾ ਹਾਂ, ਪਹਿਲਾਂ ਮੈਂ ਜਾਣਾ ਸੀ ਪਰ ਮੇਰੇ ਨਾਲੋਂ ਪਹਿਲਾਂ ਤੁਸੀਂ ਜਾ ਰਹੇ ਹੋ, ਇਸ ਲਈ ਮੈਂ ਘਬਰਾ ਗਿਆ। ਸੋ ਜ਼ੋਰਾਵਰ ਸਿੰਘ ਕਹਿੰਦਾ ਕਿ ਹਾਂ ਫਤਿਹ ਸਿੰਘ ਮੈਂ ਵੱਡਾ ਹਾਂ, ਪਹਿਲਾਂ ਮੈਂ ਜਾਣਾ ਸੀ ਇਸ ਸੰਸਾਰ ਤੋਂ ਕਿਉਂਕਿ ਮੈਂ ਤੇਰੇ ਤੋਂ ਵੱਡਾ ਹਾਂ ਉਮਰ 'ਚ, ਲੇਕਿਨ ਤੂੰ ਮੇਰੇ ਤੋਂ ਛੋਟਾ ਹੈ, ਅੱਜ ਤੂੰ ਪਹਿਲਾਂ ਜਾ ਰਿਹਾ ਹੈ, ਇਸ ਕਰਕੇ ਮੈਂ ਘਬਰਾ ਗਿਆ ਹਾਂ। ਫਤਿਹ ਸਿੰਘ ਮੱਧਮ ਜੀ ਆਵਾਜ਼ ਦੇ ਵਿੱਚ, ਮਤਲਬ ਘੱਟ ਹੌਲੀ ਜੀ ਆਵਾਜ਼ ਵਿੱਚ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ੋਰਾਵਰ ਉੱਚੀ ਆਵਾਜ਼ ਵਿੱਚ ਬੋਲਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ। ਦੂਜੇ ਰੱਦੇ ਮਤਲਬ ਦੂਜੀ ਜਦੋਂ ਤਹਿ ਲੱਗਦੀ ਹੈ ਇੱਟਾਂ ਦੀ ਵਿੱਚ ਉਸ ਦਾ ਵੀ ਮੂੰਹ ਢੱਕਿਆ ਜਾਂਦਾ ਹੈ। ਜ਼ੋਰਾਵਰ ਸਿੰਘ ਜਿਹੜੇ ਨੇ ਉਹਨਾਂ ਦਾ ਵੀ ਮੂੰਹ ਜਿਹੜਾ ਹੈ ਇੱਟਾਂ ਦੇ ਨਾਲ ਢੱਕਿਆ ਜਾਂਦਾ ਹੈ। ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ, ਮਤਲਬ ਪਾਣੀ ਹੈ, ਸਭ ਰੋ ਰਹੇ ਹਨ। ਨਵਾਬ ਦੇ ਮੂੰਹ ਤੇ ਫਿਟਕਾਰਿਆ ਹੋਇਆ ਗੁੱਸਾ ਹੈ, ਪਰ ਨਵਾਬ ਜਿਹੜਾ ਹੈ ਉਸ ਦੇ ਮੂੰਹ ਤੇ ਕੋਈ ਦੁੱਖ ਨਹੀਂ ਹੈ, ਸਿਰਫ ਗੁੱਸਾ ਹੈ। ਹਵਾ ਚੱਲਦੀ ਹੈ, ਤੇਜ਼ ਹਨੇਰੀ ਆ ਜਾਂਦੀ ਹੈ, ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪੈ ਜਾਂਦੀ ਹੈ, ਮਤਲਬ ਹਵਾ ਬੜੀ ਤੇਜ਼ ਆਉਂਦੀ ਹੈ ਉਸ ਸਮੇਂ, ਹਨੇਰੀ ਆ ਜਾਂਦੀ ਹੈ, ਤੂਫਾਨ ਆਉਂਦਾ ਹੈ ਔਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪੈਂਦੀ ਹੈ। ਸਾਰੇ ਆਪਣੇ ਅਥਰੂ ਪੂੰਝਦੇ ਅਤੇ ਉਦਾਸ ਚਿੱਤ ਹੋ ਕੇ ਆਪਣੇ ਆਪਣੇ ਘਰੀ ਮੁੜਦੇ ਹਨ। ਉਦਾਸ ਚਿੱਤ ਬੇਟੇ ਹੁੰਦਾ ਹੈ ਉਦਾਸ ਮਨ, ਤੇ ਸਾਰੇ ਲੋਕ ਆਪਣੇ ਅਥਰੂ ਅੱਖਾਂ ਪੂੰਝਦੇ ਹਨ ਔਰ ਉਦਾਸ ਮਨ ਦੇ ਨਾਲ ਆਪਣੇ ਆਪਣੇ ਘਰਾਂ ਵਿੱਚ ਮੁੜਦੇ ਹਨ, ਮਤਲਬ ਵਾਪਸ ਜਾਂਦੇ ਹਨ। ਭੀੜ ਵਿੱਚੋਂ ਕਿਸੇ ਦੀ ਉੱਚੀ ਜੀ ਆਵਾਜ਼ ਆਉਂਦੀ ਹੈ, ਉੱਚ ਆਵਾਜ਼ ਆਉਂਦੀ ਹੈ। ਕੀ ਆਉਂਦੀ ਹੈ ਆਵਾਜ਼? ਮੁਸੀਬਤਾ ਤੇਰੇ ਹਮ ਦਿਲ ਸੇ इस्तकबाल करते हैं, पैशी शक्सीर सीना, पैशी शक्सीर सीना को जिगर को ढाल करते हैं। सो इत्थे क्या मुसीबत आ तेरे हम दिल से इस्तकबाल करते हैं, उस परमात्मा नूं याद करते कहंदे कि मुसीबत आ पर तेरा असी इस मुसीबत विच भी असी परमात्मा तेरा जिहड़ा इस्तकबाल करते हैं, तेनू अपना सिर नवाउने हां। पैशी शक्सीर सीना को जिगर को ढाल करते हैं, जे साडे ते अज पैशी शक्सीर सीना को साडे सीने विच जिहड़े ये तीर वजे हन, उस जिगर नूं असी ढाल करने, असी अपना जिहड़े साडे शरीर दे उत्ते जिहड़े ये तीर वजे हन साडे सीने ते, अपना जिहड़ा साडा कलेजा है अंदर दा जिगर है, साडा दिल है, उसनूं असी ढाल करके उन्हां नूं बर्दाश्त करते हां। सो ये उर्दू विच दसिया गया है, जिन्ना को मैनूं इस बारे समझ आया है, यही इहदा अर्थ है। हनेरी जिहड़ी है होर तेज हो जाती है, कंध डिग पैंदी है। माता जी नूं जदों पता लग जाता है, ਉਹ ਉਸੇ ਵੇਲੇ ਆਪਣੇ ਸਵਾਸ ਛੱਡਦੇ ਹਨ। ਸੋ ਹਨੇਰੀ ਜਿਹੜੀ ਹੈ, ਤੂਫਾਨ ਹੋਰ ਤੇਜ਼ ਆਉਂਦਾ। ਇਹ ਇੱਕ ਕੁਦਰਤ ਦੇ ਜਿਹੜੇ ਕੁਦਰਤ ਦੇ ਹੀ ਕਹਿ ਲਓ ਕਿ ਪ੍ਰਤੀਕ ਸਨ ਕਿ ਕੁਦਰਤ ਵੀ ਜਿਹੜੀ ਹੈ ਇੰਨੇ ਮਾਸੂਮ ਬੱਚਿਆਂ ਦੇ ਉੱਤੇ ਜਦੋਂ ਇੰਨਾ ਜ਼ੁਲਮ ਹੋਇਆ,
ਤੇ ਕੁਦਰਤ ਵੀ ਕਿਤੇ ਆਪਣੇ ਆਪ ਨੂੰ ਰੋਕ ਨਾ ਸਕੀ। ਸੋ ਹਨੇਰੀ ਆਉਣਾ ਜਿਹੜਾ ਹੈ ਉਹ ਇੱਕ ਕੁਦਰਤ ਦਾ ਇੱਕ ਆਪਣੀ ਤਕਲੀਫ ਜਿਹੜੀ ਹੈ ਦਿਖਾਉਣ ਦਾ ਇੱਕ ਜ਼ਰੀਆ ਸੀਗਾ। ਸੋ ਕੁਦਰਤ ਵੀ ਕਿਤੇ ਨਾ ਕਿਤੇ ਰੋ ਪਈ ਹੈ। ਸੋ ਹਨੇਰੀ ਜਦੋਂ ਆਈ ਉਹ ਹੋਰ ਤੇਜ਼ ਹੋ ਜਾਂਦੀ ਹੈ, ਕੰਧ ਡਿੱਗ ਪੈਂਦੀ ਹੈ। ਸੋ ਜਿਸ ਕੰਧ ਵਿੱਚ ਬੱਚਿਆਂ ਨੂੰ ਚਿਣਾਇਆ ਗਿਆ ਸੀਗਾ ਉਹ ਕੰਧ ਡਿੱਗ ਪੈਂਦੀ ਹੈ। ਮਾਤਾ ਜੀ ਨੂੰ ਵੀ ਜਦੋਂ ਪਤਾ ਲੱਗਦਾ ਹੈ ਤਾਂ ਉਹ ਦਾਦੀ ਮਾਂ ਜਿਹੜੇ ਨੇ ਉਹ ਇਸ ਦਰਦ ਨੂੰ ਨਹੀਂ ਸਹਾਰ ਪਾਉਂਦੇ। ਸੋ ਉਹ ਆਪਣੇ ਸਵਾਸ ਜਿਹੜੇ ਨੇ ਉਹ ਛੱਡ ਜਾਂਦੇ ਹਨ। ਸਵਾਸ ਕੀ ਮਤਲਬ ਉਹ ਆਪਣੀ ਜਾਨ ਜਿਹੜੀ ਹੈ ਉਹ ਖਤਮ ਕਰ ਲੈਂਦੇ ਹਨ। ਸੋ ਬੱਚਿਓ, ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਲਾਡਲੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਜਿਹੜੀਆਂ ਕਿ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਇੰਨੀਆਂ ਵੱਡੀਆਂ ਘਟਨਾਵਾਂ ਉਹਨਾਂ ਨਾਲ ਵਾਪਰੀਆਂ, ਪਰ ਬੱਚਿਆਂ ਨੇ ਸਿਦਕ ਔਰ ਹੌਸਲਾ ਨਹੀਂ ਛੱਡਿਆ ਔਰ ਆਪਣੇ ਧਰਮ ਤੇ ਅਟਲ ਰਹੇ। ਸੋ ਇਸ ਪਾਠ ਨੂੰ ਪੜ੍ਹ ਕੇ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਧਰਮ ਤੇ ਕੌਮ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ, ਕਦੇ ਡੋਲਣਾ ਨਹੀਂ ਚਾਹੀਦਾ। ਆਪਣੇ ਦ੍ਰਿੜ ਇਰਾਦਿਆਂ ਦੇ ਅੱਗੇ ਛੋਟੀ ਉਮਰ ਵੀ ਜਿਹੜੀ ਹੈ ਉਹ ਅੜਚਨ ਨਹੀਂ ਬਣਦੀ ਹੈ। ਸੋ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਬਾਕੀ ਇਸ ਬਾਰੇ ਅਸੀਂ ਆਪਣੀ ਕਲਾਸ ਦੇ ਵਿੱਚ, ਆਨਲਾਈਨ ਕਲਾਸ ਦੇ ਵਿੱਚ ਵੀ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਇਸ ਪਾਠ ਨੂੰ ਧਿਆਨ ਨਾਲ ਪੜ੍ਹੋ, ਸ਼ਬਦ ਅਰਥ ਦੇਖੋ। ਕਿਸੇ ਗੱਲ ਬਾਰੇ ਵੀ ਜਾਣਨਾ ਚਾਹੁੰਦੇ ਹੋ ਤੇ ਕਲਾਸ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਹੋ। ਧੰਨਵਾਦ।